ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਜਦੋਂ ਮੇਰਾ ਮਾਲਕ ਤੀਰਥ ਯਾਤਰਾ ਤੇ ਗਿਆ ਤਾਂ ਉਹ ਮੈਨੂੰ ਆਪਣੀ ਪਤਨੀ ਕੋਲ ਛੱਡ ਗਿਆ। ਮੈਂ 16 ਸਾਲਾਂ ਦਾ ਸੀ, ਇਸ ਲਈ ਮੈਂ ਘਰ ਨੂੰ ਧਿਆਨ ਨਾਲ ਸੰਭਾਲਦਾ ਸੀ। ਪਰ ਇੱਕ ਰਾਤ ਮੇਰਾ ਇਰਾਦਾ ਗਲਤ ਹੋ ਗਿਆ। ਮੈਂ ਆਪਣੇ ਮਾਲਕ ਦੇ ਕੱਪੜੇ ਪਹਿਨ ਲਏ ਤੇ ਚੁੱਪਚਾਪ ਕਮਰੇ ਵਿੱਚ ਜਾ ਕੇ ਲੇਟ ਗਿਆ। ਉਸ ਰਾਤ ਮੇਰੇ ਹੋਸ਼ ਉੱਡ ਗਏ ਜਦੋਂ ਮਾਲਕਨ ਨੇ ਮੈਨੂੰ ਮਾਲਕ ਸਮਝ ਕੇ ਮੇਰੇ ਨਾਲ, ਮੈਂ ਉਹਨਾਂ ਨੌਕਰਾਂ ਵਿੱਚ ਗਿਣਿਆ ਜਾਂਦਾ ਸੀ ਜਿਹੜੇ ਚੋਰੀ ਕਰਨ ਦੇ ਆਦੀ ਹੁੰਦੇ ਸੀ। ਮੈਂ ਜਿੱਥੇ ਵੀ ਕੰਮ ਕਰਦਾ ਸੀ, ਜਦੋਂ ਵੀ ਮੈਨੂੰ ਮੌਕਾ ਮਿਲਦਾ ਸੀ, ਮੈਂ ਛੋਟੀਆਂ-ਮੋਟੀਆਂ ਚੋਰੀਆਂ ਕਰ ਲੈਂਦਾ ਸੀ ਤੇ ਮਾੜੀ ਨੀਅਤ ਨਾਲ ਕੰਮ ਕਰਦਾ ਸੀ। ਮੇਰੇ ਹੱਥਾਂ ਵਿੱਚ ਅਜਿਹੀ ਸਫਾਈ ਸੀ ਕਿ ਮੇਰੇ ਤੇ ਕਦੇ ਕਿਸੇ ਨੂੰ ਸ਼ੱਕ ਨਹੀਂ ਹੁੰਦਾ ਸੀ। ਜਦੋਂ ਮੈਂ ਕਿਸੇ ਘਰ ਵਿੱਚੋਂ ਚੰਗੀ ਰਕਮ ਚੋਰੀ ਕਰ ਲੈਂਦਾ ਸੀ ਤਾਂ ਮੈਂ ਕਿਸੇ ਨਾ ਕਿਸੇ ਬਹਾਨੇ ਨੌਕਰੀ ਛੱਡ ਕੇ ਕੋਈ ਹੋਰ ਘਰ ਲੱਭ ਲੈਂਦਾ ਸੀ। ਪਰ ਮੈਂ ਬਹੁਤ ਧਿਆਨ ਨਾਲ ਕੰਮ ਕਰਦਾ ਸੀ ਤੇ ਅਜਿਹੇ ਲੋਕਾਂ ਦੇ ਘਰ ਜਾਂਦਾ ਸੀ ਜੋ ਸਿੱਧੇ ਸਾਦੇ ਤੇ ਭੋਲੇ ਭਾਲੇ ਹੁੰਦੇ ਸੀ, ਤਾਂ ਜੋ ਉਹਨਾਂ ਨੂੰ ਧੋਖਾ ਦੇਣਾ ਸੌਖਾ ਹੋ ਜਾਵੇ। ਜਦੋਂ ਵੀ ਮੈਨੂੰ ਲੱਗਦਾ ਸੀ ਕਿ ਹੁਣ ਮੈਂ ਮਾਲਕ ਦੀ ਨਜ਼ਰ ਵਿੱਚ ਆ ਜਾਵਾਂਗਾ ਤੇ ਮੈਂ ਫੜਿਆ ਜਾ ਸਕਦਾ ਹਾਂ, ਤਾਂ ਮੈਂ ਝੱਟ ਕੋਈ ਨਾ ਕੋਈ ਬਹਾਨਾ ਬਣਾ ਕੇ ਕੰਮ ਛੱਡ ਕੇ ਨਿਕਲ ਜਾਂਦਾ ਸੀ। ਮੈਂ ਪਹਿਲਾਂ ਹੀ ਇਸ ਇਲਾਕੇ ਦੇ ਲਗਭਗ ਸਾਰੇ ਘਰਾਂ ਵਿੱਚੋਂ ਚੋਰੀਆਂ ਕਰ ਚੁੱਕਾ ਸੀ, ਇਸ ਲਈ ਹੁਣ ਮੈਂ ਅਗਲੇ ਇਲਾਕੇ ਵਿੱਚ ਚਲਾ ਗਿਆ ਸੀ ਜਿੱਥੇ ਮੈਨੂੰ ਕੋਈ ਨਹੀਂ ਜਾਣਦਾ ਸੀ। ਮੈਂ ਨੌਕਰੀ ਲੱਭ ਰਿਹਾ ਸੀ ਤਾਂ ਜੋ ਮੈਨੂੰ ਚੰਗੇ ਘਰ ਵਿੱਚ ਨੌਕਰੀ ਮਿਲ ਸਕੇ, ਪਰ ਮੈਨੂੰ ਬਹੁਤੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਮੈਨੂੰ ਇੱਕ ਚੰਗੇ ਘਰ ਵਿੱਚ ਨੌਕਰੀ ਮਿਲ ਗਈ। ਘਰ ਦਾ ਮਾਲਕ ਬਹੁਤ ਅਮੀਰ ਸੀ। ਮੈਂ ਝੱਟ ਅੰਦਾਜ਼ਾ ਲਗਾ ਲਿਆ ਸੀ ਕਿ ਮਾਲਕ ਬਹੁਤ ਸਿੱਧੇ ਸਾਦੇ ਕਿਸਮ ਦਾ ਬੰਦਾ ਹੈ, ਇਸ ਲਈ ਮੈਂ ਉਸਨੂੰ ਸ਼ਬਦਾਂ ਨਾਲ ਉਲਝਾ ਸਕਦਾ ਹਾਂ। ਮੈਂ ਉਸਨੂੰ ਆਪਣੇ ਕੰਮ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਜਿਸ ਬੰਗਲੇ ਵਿੱਚ ਮੈਂ ਕੰਮ ਕਰਦਾ ਹਾਂ, ਮੇਰਾ ਮਾਲਕ ਬੇਫਿਕਰ ਹੋ ਜਾਂਦਾ ਹੈ। ਮੈਂ ਪੂਰੀ ਇਮਾਨਦਾਰੀ ਨਾਲ ਕੰਮ ਕਰਦਾ ਹਾਂ। ਮੇਰਾ ਮਾਲਕ ਮੇਰੀਆਂ ਗੱਲਾਂ ਤੋਂ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਗਿਆ ਸੀ। ਮੈਂ ਮਨ ਹੀ ਮਨ ਵਿੱਚ ਖੁਸ਼ ਸੀ ਕਿ ਇੱਕ ਹੋਰ ਉੱਲੂ ਹੱਥ ਵਿੱਚ ਆ ਗਿਆ ਹੈ। ਪਰ ਫਿਰ ਮਾਲਕ ਕਹਿਣ ਲੱਗਾ ਕਿ ਜੇਕਰ ਤੂੰ ਇੰਨਾ ਹੀ ਇਮਾਨਦਾਰ ਹੈ ਤੇ ਤੁਸੀਂ ਇੰਨਾ ਵਧੀਆ ਕੰਮ ਕਰਦੇ ਹੋ ਤਾਂ ਤੁਸੀਂ ਉਹ ਕੰਮ ਕਿਉਂ ਛੱਡ ਦਿੱਤਾ ਹੈ। ਇਹ ਸੁਣ ਕੇ ਮੈਂ ਇੱਕ ਪਲ ਲਈ ਥੋੜਾ ਜਿਹਾ ਉਲਝਣ ਵਿੱਚ ਪੈ ਗਿਆ ਸੀ। ਇਹ ਇੰਨਾ ਸੌਖਾ ਨਹੀਂ ਸੀ ਜਿੰਨਾ ਮੈਂ ਸੋਚਿਆ ਸੀ। ਇਸ ਦਾ ਦਿਮਾਗ ਕੁਝ ਕੰਮ ਕਰਦਾ ਹੈ। ਮੈਂ ਤੁਰੰਤ ਕਿਹਾ ਕਿ ਅਸਲ ਵਿੱਚ ਪਿਛਲੇ ਮਾਲਕ ਪੈਸੇ ਬਹੁਤ ਥੋੜੇ ਦਿੰਦੇ ਸੀ। ਜਦੋਂ ਕਿ ਉਹ ਮੇਰੇ ਕੋਲੋਂ 2 ਨੌਕਰਾਂ ਦਾ ਕੰਮ ਲੈਂਦਾ ਸੀ ਤਾਂ ਮੈਂ ਉਹ ਕੰਮ ਛੱਡ ਦਿੱਤਾ ਸੀ। ਉਸਨੇ ਮੈਨੂੰ ਘਰ ਦੇ ਕੰਮ ਲਈ ਰੱਖ ਲਿਆ ਸੀ। ਮੇਰਾ ਸੁਭਾਅ ਕੁਝ ਮੱਖਣ ਲਾਉਣ ਵਾਲਾ ਵੀ ਸੀ। ਆਪਣਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਮਾਲਕ ਦੇ ਪੈਰਾਂ ਕੋਲ ਬੈਠ ਜਾਂਦਾ ਸੀ, ਕਦੇ ਉਸਦੇ ਪੈਰ ਦਬਾਉਂਦਾ ਤੇ ਕਦੇ ਉਸਦੇ ਸਿਰ ਦੀ ਮਾਲਿਸ਼ ਕਰਨ ਲੱਗ ਪੈਂਦਾ ਸੀ। ਇਸ ਕੰਮ ਤੋਂ ਉਹ ਬਹੁਤ ਖੁਸ਼ ਹੋ ਜਾਂਦੇ ਸੀ। ਫਿਰ ਮੈਂ ਉਹਨਾਂ ਦੀ ਤਾਰੀਫ ਵਿੱਚ ਗੱਲ ਕਰਦਾ ਕਿ ਮੈਂ ਜਿੰਨੇ ਵੀ ਘਰਾਂ ਵਿੱਚ ਕੰਮ ਕੀਤਾ ਹੈ, ਤੁਸੀਂ ਸਭ ਤੋਂ ਚੰਗੇ ਹੋ। ਮੈਨੂੰ ਅਜਿਹੀਆਂ ਗੱਲਾਂ ਕਰਨ ਦੀ ਆਦਤ ਸੀ ਤੇ ਇਸ ਨਾਲ ਮੈਂ ਦੂਜਿਆਂ ਦਾ ਭਰੋਸਾ ਜਿੱਤ ਲੈਂਦਾ ਸੀ। ਮੇਰੀਆਂ ਇਹ ਗੱਲਾਂ ਸੁਣ ਕੇ ਮਾਲਕ ਬਹੁਤ ਖੁਸ਼ ਹੋ ਜਾਂਦੇ ਸੀ। ਮਾਲਕ ਦੇ ਘਰ ਕੰਮ ਕਰਦੇ ਹਜੇ ਮੈਨੂੰ 10 ਦਿਨ ਹੀ ਹੋਏ ਸੀ, ਪਰ ਮੈਂ ਅੱਜ ਤੱਕ ਉਹਨਾਂ ਦੀ ਪਤਨੀ ਨੂੰ ਨਹੀਂ ਵੇਖਿਆ ਸੀ। ਜਦੋਂ ਤੱਕ ਮੈਂ ਉਹਨਾਂ ਦੇ ਘਰ ਕੰਮ ਕਰਦਾ ਰਹਿੰਦਾ ਸੀ ਤਾਂ ਮਾਲਕਨ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਤੇ ਮਾਲਕ ਮੈਨੂੰ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਤੁਸੀਂ ਸਾਰੇ ਘਰ ਦਾ ਕੰਮ ਕਰੋਗੇ, ਪਰ ਤੁਸੀਂ ਮਾਲਕਨ ਦੇ ਕਮਰੇ ਵਿੱਚ ਨਹੀਂ ਜਾਓਗੇ। ਪਹਿਲੀ ਵਾਰ ਤਾਂ ਮੈਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ, ਪਰ ਇੱਕ ਦਿਨ ਮੇਰੀ ਨਜ਼ਰ ਇੱਕ ਸੋਹਣੀ ਕੁੜੀ ਤੇ ਪਈ ਤਾਂ ਮੈਂ ਉਸ ਦਾ دیਵਾਨਾ ਹੋ ਗਿਆ ਸੀ। ਸ਼ਾਮ ਦਾ ਸਮਾਂ ਸੀ, ਸਰਦੀਆਂ ਦੀ ਠੰਡੀ ਸ਼ਾਮ ਸੀ, ਹਵਾ ਚੱਲ ਰਹੀ ਸੀ ਤਾਂ ਮੇਰਾ ਚਾਹ ਪੀਣ ਨੂੰ ਮਨ ਕੀਤਾ ਤਾਂ ਮੈਂ ਸੋਚਿਆ ਅੰਦਰ ਚੱਲ ਕੇ ਚਾਹ ਬਣਾ ਲੈਂਦਾ ਹਾਂ। ਮੈਨੂੰ ਮੇਰੇ ਮਾਲਕ ਨੇ ਕਿਹਾ ਸੀ, ਜਦੋਂ ਵੀ ਘਰ ਦੇ ਅੰਦਰ ਆਉਣਾ ਇਜਾਜ਼ਤ ਲੈ ਕੇ ਆਉਣਾ, ਤੁਹਾਡੇ ਲਈ ਬਿਹਤਰ ਹੋਵੇਗਾ। ਫਿਰ ਮੈਂ 1-2 ਵਾਰ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ। ਮੈਂ ਸਮਝ ਗਿਆ ਕਿ ਸ਼ਾਇਦ ਮਾਲਕਨ ਆਪਣੇ ਕਮਰੇ ਵਿੱਚ ਹੋਵੇਗੀ, ਇਸ ਲਈ ਮੈਂ ਦਰਵਾਜ਼ਾ ਖੋਲ੍ਹਿਆ ਤੇ ਰਸੋਈ ਵਿੱਚ ਚਲਾ ਗਿਆ। ਠੰਡ ਬਹੁਤ ਜ਼ਿਆਦਾ ਸੀ। ਮੈਂ ਸੋਚਿਆ ਚਾਹ ਬਣਾ ਲੈਂਦਾ ਹਾਂ ਤੇ ਚੌਂਕੀਦਾਰ ਤੇ ਡਰਾਈਵਰ ਨੂੰ ਵੀ ਦੇ ਦਿਆਂਗਾ। ਜਿਵੇਂ ਹੀ ਮੈਂ ਰਸੋਈ ਵਿੱਚ ਗਿਆ ਤਾਂ ਮੈਂ ਦੇਖਿਆ ਇੱਕ ਬਹੁਤ ਸੋਹਣੀ ਕੁੜੀ ਚਾਹ ਬਣਾ ਰਹੀ ਸੀ। ਉਸ ਦਾ ਗੋਰਾ ਰੰਗ ਤੇ ਲੰਬੇ ਵਾਲ ਦੇਖ ਕੇ ਮੈਂ ਆਪਣੇ ਹੋਸ਼ ਗਵਾ ਬੈਠਾ। ਅਚਾਨਕ ਉਹ ਕੁੜੀ ਪਿੱਛੇ ਮੁੜੀ ਤਾਂ ਸਾਡੀਆਂ ਦੋਵਾਂ ਦੀਆਂ ਨਜ਼ਰਾਂ ਮਿਲ ਗਈਆਂ। ਮੈਨੂੰ ਰਸੋਈ ਵਿੱਚ ਦੇਖ ਕੇ ਉਸ ਕੁੜੀ ਨੇ ਕਿਹਾ, ਤੂੰ ਕੌਣ ਹੈ ਤੇ ਰਸੋਈ ਵਿੱਚ ਕੀ ਕਰਨ ਆਇਆ ਹੈ? ਮੈਂ ਕਿਹਾ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਰਸੋਈ ਵਿੱਚ ਮੌਜੂਦ ਹੋ। ਮੈਂ ਘਰ ਦਾ ਨਵਾਂ ਨੌਕਰ ਹਾਂ ਤੇ ਚਾਹ ਬਣਾਉਣ ਆਇਆ ਹਾਂ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ, ਨਿਕਲ ਜਾਓ,
ਇੱਥੋਂ ਬਾਹਰ। ਕੱਲ ਨੂੰ ਮੈਂ ਤੇਰੇ ਮਾਲਕ ਨਾਲ ਆਪ ਗੱਲ ਕਰਾਂਗੀ ਕਿ ਨੌਕਰਾਂ ਨੂੰ ਇੰਨੀ ਖੁੱਲ੍ਹ ਦੇ ਰੱਖੀ ਹੈ, ਮੂੰਹ ਚੁੱਕ ਕੇ ਕਿਤੇ ਵੀ ਆ ਜਾਂਦੇ ਹਨ। ਉਸ ਕੁੜੀ ਦਾ ਅੰਦਾਜ਼ ਬਹੁਤ ਗੁੱਸੇ ਵਾਲਾ ਸੀ। ਮੈਂ ਛੇਤੀ ਨਾਲ ਰਸੋਈ ਵਿੱਚੋਂ ਬਾਹਰ ਨਿਕਲ ਆਇਆ ਤੇ ਘਰ ਤੋਂ ਬਾਹਰ ਚਲਾ ਗਿਆ। ਮੈਂ ਬਸ ਇੱਕ ਵਾਰ ਹੀ ਮਾਲਕਣ ਨੂੰ ਵੇਖਿਆ ਸੀ ਤੇ ਉਸ ਦਾ ਦੀਵਾਨਾ ਹੋ ਗਿਆ ਸੀ। ਮੈਂ ਬਾਹਰ ਆਇਆ ਤਾਂ ਘਬਰਾਇਆ ਹੋਇਆ ਸੀ। ਮੈਨੂੰ ਦੇਖ ਕੇ ਚੌਕੀਦਾਰ ਤੇ ਡਰਾਈਵਰ ਪੁੱਛਣ ਲੱਗੇ, ਤੈਨੂੰ ਕੀ ਹੋਇਆ ਹੈ? ਤੂੰ ਤਾਂ ਚਾਹ ਬਣਾਉਣ ਗਿਆ ਸੀ। ਮੈਂ ਕਿਹਾ, ਕੁਝ ਨਹੀਂ, ਬਸ ਦੁੱਧ ਖਤਮ ਹੋ ਗਿਆ ਹੈ, ਇਸ ਲਈ ਵਾਪਸ ਆ ਗਿਆ। ਚੌਕੀਦਾਰ ਕਹਿਣ ਲੱਗਾ, ਤੂੰ ਰਹਿਣ ਦੇ, ਮੈਂ ਬਾਹਰੋਂ ਚਾਹ ਲੈ ਆਉਂਦਾ ਹਾਂ। ਇੱਥੇ ਨੇੜੇ ਹੀ ਇੱਕ ਚਾਹ ਦੀ ਦੁਕਾਨ ਹੈ ਤੇ ਉਸ ਦੀ ਚਾਹ ਵੀ ਬਹੁਤ ਸਵਾਦ ਹੁੰਦੀ ਹੈ। ਅਸੀਂ ਸ਼ਾਮ ਦੀ ਚਾਹ ਉੱਥੋਂ ਹੀ ਪੀਂਦੇ ਹਾਂ। ਉਹ ਤਾਂ ਤੂੰ ਕਿਹਾ ਕਿ ਤੈਨੂੰ ਅੰਦਰ ਜਾਣ ਦੀ ਇਜਾਜ਼ਤ ਹੈ, ਇਸ ਲਈ ਅਸੀਂ ਸੋਚਿਆ ਚਲੋ ਮੁਫਤ ਦੀ ਚਾਹ ਮਿਲ ਜਾਵੇਗੀ। ਪਰ ਮੇਰਾ ਦਿਲ ਤਾਂ ਜਿਵੇਂ ਉਸ ਕੁੜੀ ਤੇ ਆ ਗਿਆ ਸੀ। ਮੈਂ ਜਾਣਨਾ ਚਾਹੁੰਦਾ ਸੀ ਕਿ ਆਖਰ ਉਹ ਕੌਣ ਹੈ, ਕਿਉਂਕਿ ਉਹ 20-21 ਸਾਲ ਤੋਂ ਜ਼ਿਆਦਾ ਉਮਰ ਦੀ ਨਹੀਂ ਲੱਗਦੀ ਸੀ ਤੇ ਮੇਰਾ ਮਾਲਕ 50 ਦੇ ਲਗਭਗ ਸੀ। ਮੈਂ ਨਹੀਂ ਮੰਨ ਸਕਦਾ ਸੀ ਕਿ ਉਹ ਕੁੜੀ ਉਸ ਦੀ ਪਤਨੀ ਹੋ ਸਕਦੀ ਹੈ, ਪਰ ਮੈਂ ਹੁਣ ਇਹ ਕਿਵੇਂ ਪਤਾ ਲਗਾਉਂਦਾ ਕਿ ਉਹ ਕੁੜੀ ਕੌਣ ਹੈ। ਇਸ ਲਈ ਮੈਂ ਸੋਚਿਆ ਕਿ ਮੈਨੂੰ ਆਏ ਨੂੰ ਤਾਂ ਅਜੇ 10 ਦਿਨ ਹੀ ਹੋਏ ਹਨ, ਕਿਉਂ ਨਾ ਮੈਂ ਡਰਾਈਵਰ ਤੇ ਚੌਕੀਦਾਰ ਨੂੰ ਹੀ ਪੁੱਛ ਲਵਾਂ। ਉਹ ਤਾਂ ਕਈ ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ। ਪਹਿਲਾਂ ਮੈਂ ਡਰਾਈਵਰ ਨੂੰ ਪੁੱਛਿਆ, ਤੈਨੂੰ ਪਤਾ ਹੈ ਘਰ ਵਿੱਚ ਮਾਲਕ ਤੋਂ ਇਲਾਵਾ ਹੋਰ ਕੌਣ-ਕੌਣ ਰਹਿੰਦਾ ਹੈ? ਮੇਰੇ ਇਸ ਸਵਾਲ ਤੇ ਡਰਾਈਵਰ ਨੇ ਮੈਨੂੰ ਘੂਰ ਕੇ ਵੇਖਿਆ ਤੇ ਕਹਿਣ ਲੱਗਾ, ਤੂੰ ਇਹ ਕਿਉਂ ਪੁੱਛ ਰਿਹਾ ਹੈ? ਤੈਨੂੰ ਕੀ ਲੱਗੇ ਇਸ ਨਾਲ? ਉਸ ਦਾ ਲਹਿਜਾ ਕਾਫੀ ਅਜੀਬ ਸੀ। ਮੈਂ ਕਿਹਾ, ਮੈਂ ਤਾਂ ਵੈਸੇ ਹੀ ਪੁੱਛ ਰਿਹਾ ਹਾਂ। ਉਹ ਕਹਿਣ ਲੱਗਾ, ਮਾਲਕ ਇਹਨਾਂ ਗੱਲਾਂ ਤੋਂ ਮਨਾ ਕਰਦੇ ਹਨ, ਕਹਿੰਦੇ ਹਨ ਕਿ ਮੇਰੇ ਘਰ ਤੇ ਪਰਿਵਾਰ ਦੀਆਂ ਗੱਲਾਂ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਮੈਂ ਕਿਹਾ, ਮੈਂ ਕੋਈ ਅਜਨਬੀ ਨਹੀਂ ਹਾਂ, ਮੈਂ ਵੀ ਤੁਹਾਡੀ ਤਰ੍ਹਾਂ ਇਸ ਘਰ ਦਾ ਨੌਕਰ ਹਾਂ। ਮੇਰੀ ਗੱਲ ਸੁਣ ਕੇ ਡਰਾਈਵਰ ਨੇ ਗੁੱਸੇ ਨਾਲ ਕਿਹਾ, ਜੇ ਤੂੰ ਨੌਕਰ ਹੈ ਤਾਂ ਨੌਕਰ ਦੀ ਹੱਦ ਵਿੱਚ ਰਹੇ, ਪਰਿਵਾਰ ਦੇ ਜੀਆਂ ਬਾਰੇ ਕਿਉਂ ਪੁੱਛ ਰਿਹਾ ਹੈ? ਮੇਰੀ ਗੱਲ ਸੁਣੋ, ਵੈਸੇ ਤਾਂ ਮਾਲਕ ਬਹੁਤ ਭੋਲਾ ਭਾਲਾ ਹੈ, ਪਰ ਉਹਨੇ ਹੀ ਇੱਜ਼ਤਦਾਰ ਵੀ ਹਨ। ਆਪਣੇ ਘਰ ਦੀਆਂ ਔਰਤਾਂ ਦਾ ਜ਼ਿਕਰ ਜੇ ਉਸਨੇ ਤੇਰੇ ਮੂੰਹੋਂ ਸੁਣ ਲਿਆ ਤਾਂ ਤੇਰਾ ਮੂੰਹ ਤੋੜ ਦੇਣਗੇ। ਇਹ ਸੁਣ ਕੇ ਮੈਂ ਡਰ ਗਿਆ। ਮੈਂ ਚੁੱਪ ਹੋ ਗਿਆ, ਪਰ ਮੈਂ ਵੀ ਆਪਣੇ ਦਿਲ ਦੇ ਹੱਥੋਂ ਕੁਝ ਬੇਵੱਸ ਸੀ, ਕਿਉਂਕਿ ਉਸ ਕੁੜੀ ਨੇ ਮੇਰੀ ਰਾਤਾਂ ਦੀ ਉਮੀਦ ਉਡਾ ਦਿੱਤੀ ਸੀ। ਉਸ ਦੀ ਇੱਕ ਝਲਕ ਨੇ ਮੈਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ। ਹਰ ਸਮੇਂ ਮੇਰਾ ਧਿਆਨ ਉਸ ਕੁੜੀ ਵੱਲ ਰਹਿਣ ਲੱਗਾ। ਪਹਿਲਾਂ ਤਾਂ ਮੈਂ ਘਰ ਦੇ ਕੰਮ ਜਲਦੀ ਕਰਕੇ ਚੌਕੀਦਾਰ ਤੇ ਡਰਾਈਵਰ ਨਾਲ ਬੈਠ ਕੇ ਗੱਲਾਂ ਕਰਦਾ ਸੀ, ਪਰ ਹੁਣ ਤਾਂ ਮੈਂ ਕੰਮ ਹੀ ਕਰਦਾ ਰਹਿੰਦਾ ਤੇ ਮੇਰੀ ਨਜ਼ਰ ਮਾਲਕਣ ਦੇ ਕਮਰੇ ਵੱਲ ਹੀ ਰਹਿੰਦੀ ਸੀ ਕਿ ਹੋ ਸਕਦਾ ਹੈ ਉਹ ਗਲਤੀ ਨਾਲ ਬਾਹਰ ਆ ਜਾਵੇ ਤੇ ਮੈਂ ਉਸ ਨੂੰ ਵੇਖ ਲਵਾਂ ਕਿ ਉਹ ਸੱਚੀ ਮਾਲਕ ਦੀ ਪਤਨੀ ਹੈ। ਜੇਕਰ ਹਾਂ ਤਾਂ ਉਸ ਕੁੜੀ ਨਾਲ ਬਹੁਤ ਗਲਤ ਗੱਲ ਹੋਈ ਹੈ। ਉਹ 50 ਸਾਲ ਦਾ ਆਦਮੀ ਹੈ ਤੇ ਉਹ 21-22 ਸਾਲ ਦੀ ਕੁੜੀ। ਪਤਾ ਨਹੀਂ ਕਿਉਂ ਮੈਂ ਮਨ ਹੀ ਮਨ ਦੁਆ ਕਰ ਰਿਹਾ ਸੀ ਕਿ ਕਾਸ਼ ਉਹ ਇਸ ਮਾਲਕ ਦੀ ਪਤਨੀ ਨਾ ਹੋਵੇ, ਸਗੋਂ ਕੋਈ ਹੋਰ ਕੁੜੀ ਹੋਵੇ। ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਕਿ ਮਾਲਕ ਕਦੇ ਵੀ ਆਪਣੀ ਜਾਤ ਤੋਂ ਬਾਹਰ ਵਿਆਹ ਨਹੀਂ ਕਰਦੇ, ਤਾਂ ਉਹ ਮਾਲਕ ਦੀ ਰਿਸ਼ਤੇਦਾਰ ਹੋਵੇਗੀ। ਮੈਂ ਇੱਕ ਮਾਮੂਲੀ ਨੌਕਰ ਹਾਂ, ਕਿੱਥੇ ਮੇਰਾ ਵਿਆਹ ਉਸ ਨਾਲ ਹੋਣ ਦੇਣਗੇ। ਪਰ ਪਿਆਰ ਤੇ ਦਿਲ ਕਿੱਥੇ ਇਹਨਾਂ ਗੱਲਾਂ ਨੂੰ ਮੰਨਦਾ ਹੈ। ਜਿੰਨਾ ਮੈਂ ਉਸ ਕੁੜੀ ਦਾ ਧਿਆਨ ਆਪਣੇ ਦਿਲ ਵਿੱਚੋਂ ਕੱਢਣ ਬਾਰੇ ਸੋਚਦਾ, ਓਨਾ ਹੀ ਮੈਨੂੰ ਲੱਗਦਾ ਕਿ ਜਿਵੇਂ ਮੈਂ ਉਸਦੇ ਪਿਆਰ ਦੀ ਗ੍ਰਿਫਤ ਵਿੱਚ ਆਉਣ ਲੱਗਾ। ਵੈਸੇ ਤਾਂ ਮੇਰੀ ਉਮਰ 16-17 ਸਾਲ ਦੀ ਸੀ, ਪਰ ਮੇਰੀ ਸੋਚ ਵੱਡੀ ਹੋ ਚੁੱਕੀ ਸੀ। ਸ਼ਾਇਦ ਇਸ ਵਜ੍ਹਾ ਕਰਕੇ ਬਚਪਨ ਵਿੱਚ ਹੀ ਮੇਰੇ ਪਿਤਾ ਨੇ ਮੈਨੂੰ ਸਕੂਲ ਵਿੱਚ ਪੜ੍ਹਨ ਦੀ ਬਜਾਏ ਨੌਕਰੀ ਤੇ ਲਾ ਦਿੱਤਾ ਸੀ। ਮੈਂ 7 ਸਾਲ ਦੀ ਉਮਰ ਵਿੱਚ ਹੀ ਨੌਕਰੀ ਤੇ ਲੱਗ ਗਿਆ ਸੀ। ਛੋਟੀ ਉਮਰ ਦੇ ਮੁੰਡਿਆਂ ਕੋਲੋਂ ਔਰਤਾਂ ਵੈਸੇ ਵੀ ਜ਼ਿਆਦਾ ਕੰਮ ਕਿੱਥੇ ਕਰਾਉਂਦੀਆਂ ਹਨ। ਮੇਰੀ ਪਹਿਲੀ ਮਾਲਕਣ ਮੈਨੂੰ ਘਰ ਵਿੱਚ ਬਹੁਤ ਛੋਟੇ ਕੰਮ ਕਰਵਾਉਂਦੀ ਸੀ। ਕਦੇ ਆਪਣੇ ਪੈਰਾਂ ਦੀ ਮਸਾਜ ਵੀ ਕਰਵਾ ਲੈਂਦੀ ਸੀ ਤੇ ਫਿਰ ਮੈਨੂੰ ਕੁਆਟਰ ਵਿੱਚ ਸੌਣ ਲਈ ਕਹਿ ਦਿੰਦੀ ਸੀ। ਉੱਥੇ 2 ਹੋਰ ਜਵਾਨ ਨੌਕਰ ਸੀ ਜੋ ਰਾਤ ਨੂੰ ਕੁੜੀਆਂ ਬਾਰੇ ਗਲਤ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਸੀ, ਜਿਹੜੀਆਂ ਮੈਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਸੁਣਦਾ ਰਹਿੰਦਾ ਸੀ। ਇਸ ਲਈ ਬਹੁਤ ਜਲਦੀ ਹੀ ਮੇਰੀ ਅੱਖ ਦੂਜੇ ਅੰਦਾਜ਼ ਵਿੱਚ ਹੋ ਗਈ ਸੀ। ਮੇਰੀ ਸੋਚ ਛੋਟੇ ਬੱਚੇ ਦੀ ਨਹੀਂ ਰਹੀ ਸੀ, ਨੌਜਵਾਨ ਮੁੰਡਿਆਂ ਵਿੱਚ ਬੈਠਣ ਲੱਗਾ ਸੀ। ਇਸ ਲਈ ਬਹੁਤ ਸਾਰੀਆਂ ਤਬਦੀਲੀਆਂ ਮੇਰੇ ਵਿੱਚ ਅਜਿਹੀਆਂ ਹੋ ਗਈਆਂ ਸਨ ਜੋ ਇਸ ਉਮਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਸੀ। ਸ਼ਾਇਦ ਇਹ ਕਾਰਨ ਸੀ ਕਿ ਮੈਂ 17 ਸਾਲ ਦੀ ਉਮਰ ਵਿੱਚ ਮਾਲਕਾਂ ਦੀ ਚੋਰੀ ਕਰਨ ਲੱਗ ਪਿਆ ਸੀ। ਅੱਜ ਕੱਲ ਉਹ ਕੁੜੀ ਜੋ ਪਤਾ ਨਹੀਂ ਮਾਲਕ ਦੀ ਕੀ ਲੱਗਦੀ ਸੀ, ਜੋ ਉਮਰ ਵਿੱਚ ਮੇਰੇ ਤੋਂ 4-5 ਸਾਲ ਵੱਡੀ ਸੀ, ਉਹ ਮੇਰੇ ਦਿਮਾਗ ਵਿੱਚ ਪੂਰੀ ਤਰ੍ਹਾਂ ਆ ਚੁੱਕੀ ਸੀ। ਮੇਰੇ ਕੋਲ ਹੁਣ ਇੱਕ ਹੀ ਤਰੀਕਾ ਬਚਿਆ ਸੀ
ਮੈਂ ਮਾਲਕ ਦਾ ਭਰੋਸਾ ਜਿੱਤ ਸਕਾਂ। ਉਹ ਮੇਰੇ ਉੱਤੇ ਇੰਨਾ ਭਰੋਸਾ ਕਰਨ ਲੱਗ ਜਾਣ ਤਾਂ ਜੋ ਮੈਂ ਉਹਨਾਂ ਦੀਆਂ ਘਰ ਦੀਆਂ ਔਰਤਾਂ ਵਿੱਚ ਆਉਣ ਜਾਣ ਲੱਗ ਪਵਾਂ। ਪਰ ਇਹ ਸਿਰਫ ਮੇਰੀ ਇੱਕ ਸੋਚ ਸੀ। ਮੈਂ ਮਾਲਕ ਦੀ ਬਹੁਤ ਸੇਵਾ ਕਰਨ ਲੱਗਾ, ਹਰ ਸਮੇਂ ਉਹਨਾਂ ਦੇ ਅੱਗੇ ਪਿੱਛੇ ਰਹਿੰਦਾ। ਉਹ ਮੇਰੇ ਤੋਂ ਖੁਸ਼ ਹੋ ਕੇ ਕਦੇ 500 ਤੇ ਕਦੇ 1000 ਰੁਪਏ ਦਿੰਦੇ, ਪਰ ਪੈਸਾ ਮੇਰਾ ਅਸਲੀ ਮਕਸਦ ਨਹੀਂ ਸੀ। ਮੇਰੀਆਂ ਅੱਖਾਂ ਵਿੱਚ ਕੁਝ ਹੋਰ ਹੀ ਖਿਆਲ ਚੱਲ ਰਿਹਾ ਸੀ। ਇਸ ਬੰਗਲੇ ਵਿੱਚ ਕੰਮ ਕਰਦਿਆਂ ਮੈਨੂੰ 2 ਮਹੀਨੇ ਹੋ ਗਏ ਸੀ। ਮੈਂ ਇੰਨਾ ਅੰਦਾਜ਼ਾ ਲਗਾ ਲਿਆ ਸੀ ਕਿ ਡਰਾਈਵਰ ਥੋੜਾ ਸਮਝਦਾਰ ਸੀ ਤੇ ਚੌਕੀਦਾਰ ਥੋੜਾ ਬੇਵਕੂਫ ਸੀ। ਇਸ ਲਈ ਮੈਂ ਸੋਚਿਆ ਚੌਕੀਦਾਰ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗਾ। ਮੈਂ ਚੌਕੀਦਾਰ ਨੂੰ ਆਪਣੇ ਕੋਲੋਂ ਚਾਹ ਪਿਆਈ ਤਾਂ ਉਹ ਬੜਾ ਖੁਸ਼ ਹੋ ਗਿਆ। ਫਿਰ ਮੈਂ ਉਸਨੂੰ ਪੁੱਛਣਾ ਸ਼ੁਰੂ ਕੀਤਾ। ਜੋ ਖਬਰ ਉਸਨੇ ਮੈਨੂੰ ਮਾਲਕ ਬਾਰੇ ਦੱਸੀ, ਉਹ ਸੁਣ ਕੇ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ। ਉਸਨੇ ਕਿਹਾ ਕਿ ਉਹ ਜ਼ਿਆਦਾ ਤਾਂ ਨਹੀਂ ਜਾਣਦਾ, ਪਰ ਇਹ ਮਾਲਕ ਦੀ ਔਲਾਦ ਨਹੀਂ, ਪਤਨੀ ਹੀ ਹੈ। ਪਰ ਅੱਜ ਤੱਕ ਕਿਸੇ ਨੇ ਇਸ ਦੀ ਪਤਨੀ ਨੂੰ ਵੇਖਿਆ ਨਹੀਂ। ਮੈਂ ਤਾਂ ਦਿਲ ਵਿੱਚ ਸੋਚ ਰਿਹਾ ਸੀ ਇਹ ਮਾਲਕ ਦੀ ਬੇਟੀ ਹੋਵੇਗੀ ਜਾਂ ਫਿਰ ਕੋਈ ਹੋਰ। ਚੌਕੀਦਾਰ ਦੀ ਗੱਲ ਅਨੁਸਾਰ ਉਹ ਇਕੱਲੇ ਹੀ ਪਤੀ ਪਤਨੀ ਇਸ ਬੰਗਲੇ ਵਿੱਚ ਰਹਿੰਦੇ ਸੀ ਤੇ ਮਾਲਕ ਦੀ ਪਤਨੀ ਕਦੇ-ਕਦੇ ਹੀ ਮਾਲਕ ਦੇ ਨਾਲ ਬਾਹਰ ਜਾਂਦੀ ਸੀ, ਨਹੀਂ ਤਾਂ ਉਹ ਜ਼ਿਆਦਾਤਰ ਘਰ ਹੀ ਰਹਿੰਦੀ ਸੀ। ਮੈਂ ਹੈਰਾਨ ਇਸ ਗੱਲ ਤੋਂ ਵੀ ਸੀ, ਜੇ ਮਾਲਕ ਨੂੰ ਪਤਨੀ ਦਾ ਇੰਨਾ ਹੀ ਫਿਕਰ ਸੀ ਤਾਂ ਉਸਨੇ ਕੋਈ ਔਰਤ ਨੌਕਰੀ ਤੇ ਕਿਉਂ ਨਹੀਂ ਰੱਖੀ। ਉਹ ਘਰ ਦੀ ਸਫਾਈ ਮੇਰੇ ਕੋਲੋਂ ਕਰਵਾਉਂਦੇ ਸੀ। ਮੈਂ ਇਹ ਸੋਚ ਰਿਹਾ ਸੀ ਕਿ ਉਹ ਉਸਦੀ ਬੇਟੀ ਹੋਵੇਗੀ ਜਾਂ ਫਿਰ ਭੈਣ, ਜਿਸ ਕਰਕੇ ਮੇਰਾ ਕੰਮ ਤਾਂ ਬਣਦਾ, ਰਿਸ਼ਤਾ ਹੋਣਾ ਤਾਂ ਬਾਅਦ ਦੀ ਗੱਲ ਸੀ। ਉਹ ਉਸ ਬੁੱਢੇ ਮਾਲਕ ਦੀ ਪਤਨੀ ਸੀ। ਇਹ ਸੁਣ ਕੇ ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਸੀ। ਅੱਜ ਪਹਿਲੀ ਵਾਰ ਮੈਂ ਦਿਮਾਗ ਦੀ ਜਗ੍ਹਾ ਦਿਲ ਨਾਲ ਸੋਚ ਰਿਹਾ ਸੀ। ਮੈਂ ਆਪਣੇ ਕੁਆਟਰ ਵਿੱਚ ਜਾ ਕੇ ਲੰਮੇ ਪੈ ਕੇ ਸੋਚਣ ਲੱਗਾ, ਭਲਾ ਕੋਈ ਕੁੜੀ ਇਸ 50 ਸਾਲ ਦੇ ਬੁੱਢੇ ਨਾਲ ਆਪਣੀ ਜ਼ਿੰਦਗੀ ਕਿਵੇਂ ਗੁਜ਼ਾਰ ਸਕਦੀ ਹੈ। ਇਸ ਮਾਲਕ ਵਿੱਚ ਅਜਿਹੀ ਕਿਹੜੀ ਖਾਸ ਗੱਲ ਹੈ। ਸ਼ਾਇਦ ਉਹ ਪੈਸੇ ਦੀ ਲਾਲਚੀ ਸੀ ਜਾਂ ਫਿਰ ਕੁਝ ਹੋਰ। ਮਾਲਕਨ ਲਈ ਕੋਈ ਮੁੰਡਾ ਨਹੀਂ ਬਚਿਆ ਹੋਵੇਗਾ, ਇਸ ਲਈ ਉਸ ਦਾ ਵਿਆਹ 50 ਸਾਲ ਦੇ ਬੁੱਢੇ ਨਾਲ ਹੋ ਗਿਆ ਸੀ। ਅਜਿਹੇ ਕਈ ਸਵਾਲ ਸੀ ਜਿਨ੍ਹਾਂ ਦੇ ਜਵਾਬ ਮੈਂ ਖੁਦ ਹੀ ਦੇ ਰਿਹਾ ਸੀ। ਪਰ ਮੈਂ ਇੱਕ ਵਾਰ ਮਾਲਕਨ ਨੂੰ ਇਕੱਲਾ ਜ਼ਰੂਰ ਮਿਲਣਾ ਚਾਹੁੰਦਾ ਸੀ। ਉਹ ਮੈਨੂੰ ਇੱਕ ਵਾਰ ਮੁਸਕਰਾ ਕੇ ਦੇਖ ਲਵੇ ਤਾਂ ਮੈਂ ਖੁਸ਼ ਹੋ ਜਾਂਦਾ। ਪਰ ਇਸ ਤੋਂ ਪਹਿਲਾਂ ਮੈਨੂੰ ਮਾਲਕ ਦਾ ਦਿਲ ਜਿੱਤਣਾ ਪੈਣਾ ਸੀ। ਫਿਰ ਰਾਤ ਨੂੰ ਮੈਂ ਇੱਕ ਯੋਜਨਾ ਬਣਾਈ ਤੇ ਸਵੇਰੇ ਆਪਣੇ ਕੁਝ ਦੋਸਤਾਂ ਨੂੰ ਫੋਨ ਕੀਤਾ। ਅੱਜ ਐਤਵਾਰ ਦਾ ਦਿਨ ਸੀ ਤੇ ਮੈਨੂੰ ਡਰਾਈਵਰ ਨੇ ਦੱਸਿਆ ਕਿ ਮਾਲਕ ਕੱਲ ਨੂੰ ਕਿਤੇ ਬਾਹਰ ਜਾ ਰਿਹਾ ਹੈ। ਜਿਵੇਂ ਹੀ ਮਾਲਕ ਘਰ ਤੋਂ ਬਾਹਰ ਨਿਕਲੇ ਤਾਂ ਮੈਂ ਵੀ ਸਮਾਨ ਲੈਣ ਦੇ ਬਹਾਨੇ ਘਰ ਤੋਂ ਬਾਹਰ ਨਿਕਲ ਗਿਆ ਸੀ। ਮੈਂ ਆਪਣੇ ਦੋਸਤਾਂ ਨਾਲ ਲਗਾਤਾਰ ਗੱਲ ਕਰ ਰਿਹਾ ਸੀ। ਮਾਲਕ ਜਿਵੇਂ ਹੀ ਘਰ ਵੱਲ ਆਉਣ ਲੱਗੇ ਤਾਂ ਇੱਕ ਖਾਲੀ ਇਲਾਕੇ ਵਿੱਚ ਕਈ ਮੋਟਰਸਾਈਕਲ ਸਵਾਰ ਮੁੰਡੇ ਉਹਨਾਂ ਦੇ ਆਸ-ਪਾਸ ਘੁੰਮਣ ਲੱਗੇ ਤੇ ਚੀਕਾਂ ਮਾਰ ਕੇ ਹੱਸਣ ਲੱਗੇ। ਮਾਲਕ ਡਰ ਗਿਆ ਸੀ ਤੇ ਮੈਂ ਵੀ ਇਹੀ ਚਾਹੁੰਦਾ ਸੀ। ਡਰਾਈਵਰ ਨੇ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ, ਪਰ ਉਹ ਨਹੀਂ ਮੰਨੇ। ਵੇਖਦਿਆਂ ਹੀ ਵੇਖਦਿਆਂ ਉਹਨਾਂ ਨੇ ਗੱਡੀ ਦਾ ਰਸਤਾ ਬੰਦ ਕਰ ਦਿੱਤਾ। ਉਹ ਵੇਖਣ ਵਿੱਚ ਚੋਰ ਲਟੇਰੇ ਲੱਗ ਰਹੇ ਸਨ। ਇਹ ਸਭ ਦੇਖ ਕੇ ਮਾਲਕ ਕਾਫੀ ਘਬਰਾ ਗਏ। ਫਿਰ ਇੱਕ ਮੁੰਡਾ ਮੋਟਰਸਾਈਕਲ ਤੋਂ ਉਤਰ ਕੇ ਗੱਡੀ ਕੋਲ ਆਇਆ ਤੇ ਮਾਲਕ ਨੂੰ ਹੇਠਾਂ ਉਤਰਨ ਲਈ ਕਿਹਾ। ਮਾਲਕ ਬੜੀ ਤਮੀਜ਼ ਨਾਲ ਗੱਲ ਕਰ ਰਹੇ ਸੀ। ਕਹਿਣ ਲੱਗੇ, ਤੁਹਾਨੂੰ ਜੋ ਚਾਹੀਦਾ ਹੈ ਮੈਂ ਦੇ ਦੇਵਾਂਗਾ, ਪਰ ਮੇਰਾ ਨੁਕਸਾਨ ਨਾ ਕਰਨਾ। ਉਹਨਾਂ ਨੇ ਮਾਲਕ ਕੋਲੋਂ ਸਾਰਾ ਕੀਮਤੀ ਸਮਾਨ ਲੈ ਲਿਆ ਸੀ। ਜਿਵੇਂ ਹੀ ਮਾਲਕ ਵਾਪਸ ਗੱਡੀ ਵਿੱਚ ਬੈਠਣ ਲੱਗਾ ਤਾਂ ਇੱਕ ਮੁੰਡੇ ਨੇ ਕਿਹਾ, ਤੁਸੀਂ ਸਾਡੇ ਚਿਹਰੇ ਵੇਖ ਲਏ ਹਨ, ਇਸ ਲਈ ਤੂੰ ਕਿਸੇ ਨੂੰ ਵੀ ਦੱਸ ਸਕਦਾ ਹੈ। ਅਸੀਂ ਤੈਨੂੰ ਜਿੰਦਾ ਨਹੀਂ ਛੱਡਾਂਗੇ। ਇਹ ਸਾਡਾ ਅਸੂਲ ਹੈ। ਅਸੀਂ ਜਿਸ ਦੀ ਚੋਰੀ ਕਰਦੇ ਹਾਂ ਉਸ ਨੂੰ ਮੌਕੇ ਤੇ ਹੀ ਮਾਰ ਦਿੰਦੇ ਹਾਂ। ਉਹ ਜਿਵੇਂ ਹੀ ਮਾਲਕ ਵੱਲ ਵਧੇ ਤਾਂ ਮੈਂ ਦੌੜ ਕੇ ਉੱਥੇ ਆ ਗਿਆ ਸੀ, ਇੱਕ ਫਿਲਮੀ ਅੰਦਾਜ਼ ਤਰ੍ਹਾਂ। ਜਿਵੇਂ ਹੀ ਉਹਨਾਂ ਨੇ ਮਾਲਕ ਤੇ ਹਮਲਾ ਕੀਤਾ ਤਾਂ ਮੈਂ ਮਾਲਕ ਦੇ ਅੱਗੇ ਹੋ ਗਿਆ ਤੇ ਸੱਟ ਮੇਰੇ ਸਿਰ ਤੇ ਲੱਗ ਗਈ ਸੀ। ਉਹ ਛੇਤੀ ਨਾਲ ਮੋਟਰਸਾਈਕਲ ਤੇ ਬੈਠ ਕੇ ਭੱਜ ਗਏ ਸੀ, ਜਦੋਂ ਕਿ ਮੈਂ ਉੱਥੇ ਡਿੱਗ ਕੇ ਬੇਹੋਸ਼ ਹੋ ਗਿਆ ਸੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਹਸਪਤਾਲ ਵਿੱਚ ਸੀ। ਮਾਲਕ ਮੇਰੇ ਕੋਲ ਖੜੇ ਹੋਏ ਸੀ ਤੇ ਕਹਿਣ ਲੱਗੇ ਕਿ ਤੁਸੀਂ ਹੁਣ ਠੀਕ ਹੋ, ਦਰਦ ਤਾਂ ਨਹੀਂ ਹੋ ਰਿਹਾ ਹੈ। ਉਹ ਇਸ ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ ਸੀ। ਮੈਂ ਇੱਥੇ ਸਹੀ ਸਲਾਮਤ ਮੌਜੂਦ ਸੀ। ਸਿਰ ਵਿੱਚ ਦਰਦ ਸੀ, ਪਰ ਇਸ ਸ਼ਹਿਜ਼ਾਦੀ ਲਈ ਇੰਨਾ ਦਰਦ ਸਹਿਣਾ ਤਾਂ ਬਣਦਾ ਸੀ। ਮੈਂ ਕਿਹਾ, ਮਾਲਕ ਮੈਂ ਤੁਹਾਡਾ ਵਫਾਦਾਰ ਨੌਕਰ ਹਾਂ। ਮੈਂ ਤੁਹਾਡਾ ਨਮਕ ਖਾਧਾ ਹੈ। ਤੁਹਾਡੇ ਲਈ ਤਾਂ ਮੈਂ ਕੁਝ ਵੀ ਕਰਨ ਲਈ ਤਿਆਰ ਹਾਂ। ਇਹ ਸਿਰ ਦੀ ਸੱਟ ਤਾਂ ਕੁਝ ਵੀ ਨਹੀਂ ਹੈ। ਮੈਂ ਤਾਂ ਤੁਹਾਡੇ ਲਈ ਜਾਨ ਵੀ ਦੇ ਦੇਵਾਂ। ਇਹ ਸੁਣ ਕੇ ਮਾਲਕ ਤਾਂ ਮੇਰਾ ਦੀਵਾਨਾ ਹੋ ਚੁੱਕਾ ਸੀ। ਫਿਰ ਜਦੋਂ ਮੈਨੂੰ ਘਰ ਲੈ ਗਏ ਤਾਂ ਮਾਲਕ ਨੇ ਮੈਨੂੰ ਕੁਆਟਰ ਵਿੱਚ ਨਹੀਂ ਬਲਕਿ ਆਪਣੇ ਹੀ ਘਰ ਦੇ ਗੈਸਟ ਰੂਮ ਵਿੱਚ ਰੱਖਿਆ ਸੀ।
ਤੇ ਮੇਰੇ ਖਾਣ ਪੀਣ ਦਾ ਆਪ ਧਿਆਨ ਰੱਖਦੇ ਸੀ ਕਿ ਅੱਜ ਤੱਕ ਮੈਂ ਤੇਰੇ ਵਰਗਾ ਵਫਾਦਾਰ ਮੁੰਡਾ ਨਹੀਂ ਵੇਖਿਆ ਹੈ। ਮੈਂ ਬਹੁਤ ਖੁਸ਼ ਸੀ ਕਿ ਮੇਰੇ ਸਿਰ ਦੀ ਸੱਟ ਬੇਕਾਰ ਨਹੀਂ ਗਈ। ਸਿਹਤ ਠੀਕ ਹੋਈ ਤਾਂ ਮੈਂ ਆਪਣੇ ਉਹਨਾਂ ਦੋਸਤਾਂ ਨੂੰ ਮਿਲਣ ਗਿਆ ਜਿਨ੍ਹਾਂ ਨੂੰ ਮੈਂ ਪੈਸੇ ਦੇ ਕੇ ਬੁਲਾਇਆ ਸੀ ਤਾਂ ਕਿ ਉਹ ਮਾਲਕ ਉੱਤੇ ਹਮਲਾ ਕਰ ਸਕਣ ਤੇ ਮੈਂ ਮੌਕੇ ਤੇ ਪਹੁੰਚ ਕੇ ਮਾਲਕ ਨੂੰ ਬਚਾ ਕੇ ਉਹਨਾਂ ਦਾ ਦਿਲ ਜਿੱਤ ਸਕਾਂ। ਮੈਂ ਹੁਣ ਹਰ ਸਮੇਂ ਇਸ ਘਰ ਵਿੱਚ ਰਹਿਣ ਵਾਲਾ ਸੀ। ਮਾਲਕਨ ਮੈਨੂੰ ਹੁਣ ਜ਼ਰੂਰ ਨਜ਼ਰ ਆਵੇਗੀ। ਇਹ ਸੋਚ ਕੇ ਮੇਰੇ ਦਿਲ ਵਿੱਚ ਅਜੀਬ ਖੁਸ਼ੀ ਹੋ ਰਹੀ ਸੀ। ਮੈਂ ਠੀਕ ਹੋ ਕੇ ਇੱਕ ਵਾਰ ਫਿਰ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਸੀ। ਮੈਂ ਰੋਜ਼ ਮੌਕਾ ਲੱਭਦਾ ਕਿ ਕਦੋਂ ਮਾਲਕਨ ਨੂੰ ਵੇਖ ਸਕਾਂ। ਸ਼ਾਇਦ ਅੱਜ ਉਹ ਮੌਕਾ ਸੀ। ਜਦੋਂ ਮੈਂ ਮਾਲਕਨ ਨੂੰ ਵੇਖਿਆ, ਉਸਨੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਉਸ ਨੂੰ ਵੇਖ ਕੇ ਮੇਰਾ ਦਿਲ ਤੇਜ਼ ਧੜਕਣ ਲੱਗਾ ਸੀ। ਮਨ ਕੀਤਾ ਕਿ ਹੁਣੇ ਜਾ ਕੇ ਮਾਲਕਨ ਨੂੰ ਦਿਲ ਦੀ ਗੱਲ ਦੱਸ ਦਿਆਂ। ਮੈਂ ਮਾਲਕਨ ਨੂੰ ਅੱਜ ਪਹਿਲੀ ਵਾਰ ਪੂਰੀ ਤਰ੍ਹਾਂ ਵੇਖ ਰਿਹਾ ਸੀ। ਮੈਨੂੰ ਤਾਂ ਉਸਦੇ ਤਰਸ ਆ ਰਿਹਾ ਸੀ ਕਿ ਭਲਾ ਇੰਨੀ ਸੋਹਣੀ ਕੁੜੀ ਨੇ ਇਸ ਬੁੱਢੇ ਆਦਮੀ ਵਿੱਚ ਕੀ ਵੇਖ ਲਿਆ ਸੀ ਜਿਹੜਾ ਇਸ ਨਾਲ ਵਿਆਹ ਕਰ ਲਿਆ ਸੀ। ਇਸ ਨਾਲ ਤਾਂ ਮੇਰੇ ਵਰਗਾ ਨੌਜਵਾਨ ਹੀ ਜੱਚਦਾ ਹੈ। ਰਹੀ ਗੱਲ ਮੇਰੀ, ਮੈਂ ਵੀ ਕੋਈ ਘੱਟ ਸੋਹਣਾ ਨਹੀਂ ਸੀ। ਮੈਨੂੰ ਵੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਸੀ ਕਿ ਮੈਂ ਇੱਕ ਨੌਕਰ ਹਾਂ ਜਦੋਂ ਕਿ ਮੈਂ ਮਾਲਕ ਲੱਗਦਾ ਸੀ। ਇਹ ਤਾਂ ਕਿਸਮਤ ਦੀ ਗੱਲ ਹੈ। ਉਹ ਜਿਸ ਦੇ ਹਿੱਸੇ ਆਏ ਉਸ ਨੂੰ ਦੌਲਤ ਦੇ ਜਾਵੇ। ਮੇਰਾ ਦਿਲ ਕਰ ਰਿਹਾ ਸੀ ਕਿ ਮਾਲਕਨ ਨਾਲ ਗੱਲ ਕਰਾਂ, ਪਰ ਫਿਰ ਕੁਝ ਸੋਚ ਕੇ ਰੁਕ ਗਿਆ ਕਿ ਮੈਨੂੰ ਸੰਭਲ ਕੇ ਪੈਰ ਰੱਖਣਾ ਚਾਹੀਦਾ ਹੈ। ਜੇ ਮਾਲਕਨ ਨੂੰ ਗੁੱਸਾ ਆ ਗਿਆ ਤਾਂ ਕਿਤੇ ਮੈਨੂੰ ਘਰ ਤੋਂ ਬਾਹਰ ਨਾ ਕੱਢ ਦੇਵੇ। ਮੈਂ ਤਾਂ ਆਪਣੇ ਤੇਜ਼ ਦਿਮਾਗ ਵਿੱਚ ਇਹ ਸੋਚ ਚੁੱਕਾ ਸੀ ਕਿ ਜੋ ਮਰਜ਼ੀ ਹੋ ਜਾਵੇ, ਮੈਂ ਕਿਸੇ ਤਰ੍ਹਾਂ ਮਾਲਕਨ ਨਾਲ ਵਿਆਹ ਕਰ ਲਵਾਂ ਤੇ ਮਾਲਕ ਨਾਲ ਤਲਾਕ ਕਰਵਾ ਦੇਵਾਂ। ਪਰ ਅਗਲੇ ਹੀ ਪਲ ਇਹ ਖਿਆਲ ਆਇਆ ਕਿ ਉਹ ਮਾਲਕ ਦੀ ਦੌਲਤ ਛੱਡ ਕੇ ਮੇਰੇ ਵਰਗੇ ਗਰੀਬ ਨਾਲ ਕਿਉਂ ਵਿਆਹ ਕਰੇਗੀ। ਪਰ ਕੁਝ ਨਾ ਕੁਝ ਤਾਂ ਮੈਨੂੰ ਕਰਨਾ ਪੈਣਾ ਸੀ। ਸ਼ਾਮ ਨੂੰ ਜਦੋਂ ਮਾਲਕ ਘਰ ਆਏ ਤਾਂ ਉਹ ਸੋਚ ਵਿੱਚ ਸੀ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਇੰਨੇ ਪਰੇਸ਼ਾਨ ਕਿਉਂ ਹੋ? ਕੀ ਗੱਲ ਹੈ? ਤਾਂ ਉਹ ਕਹਿਣ ਲੱਗੇ, ਮੈਂ ਤੀਰਥ ਯਾਤਰਾ ਤੇ ਜਾਣਾ ਹੈ, ਪਰ ਮੈਂ ਪਰੇਸ਼ਾਨ ਹਾਂ ਕਿ ਘਰ ਤੇ ਆਪਣੀ ਪਤਨੀ ਨੂੰ ਇਕੱਲਾ ਛੱਡ ਕੇ ਕਿਵੇਂ ਜਾਵਾਂ। ਇਹ ਕਹਿ ਕੇ ਮਾਲਕ ਮੈਨੂੰ ਵੇਖਣ ਲੱਗੇ ਤੇ ਫਿਰ ਬੋਲੇ ਕਿ ਜੇ ਮੈਂ ਚਲਾ ਜਾਵਾਂ ਤਾਂ ਤੂੰ ਘਰ ਤੇ ਮਾਲਕਨ ਦੀ ਦੇਖਭਾਲ ਕਰੇਗਾ। ਇਹ ਸੁਣ ਕੇ ਮੇਰਾ ਦਿਲ ਖੁਸ਼ ਹੋ ਗਿਆ। ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਪਾਉਂਦੇ ਹੋਏ ਨੇ ਕਿਹਾ, ਜੀ ਮਾਲਕ, ਜੋ ਤੁਸੀਂ ਕਹੋ ਮੈਂ ਕਰਾਂਗਾ। ਤੁਸੀਂ ਬੇਫਿਕਰ ਰਹੋ। ਮੇਰੇ ਹੁੰਦਿਆਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਮਾਲਕ ਬੇਫਿਕਰ ਹੋ ਕੇ ਕਹਿਣ ਲੱਗੇ, ਮੈਂ 2 ਦਿਨ ਤੱਕ ਵਾਪਸ ਨਹੀਂ ਆਵਾਂਗਾ। ਮੇਰੇ ਲਈ ਇਹ ਸਹੀ ਮੌਕਾ ਸੀ। ਅਗਲੇ ਦਿਨ ਮਾਲਕ ਚਲੇ ਗਏ ਤੇ ਮੈਂ ਰਾਤ ਹੋਣ ਦਾ ਇੰਤਜ਼ਾਰ ਕਰਨ ਲੱਗਾ। ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਮਾਲਕਨ ਦੇ ਕਮਰੇ ਵਿੱਚ ਜਾਵਾਂ ਤੇ ਉਹਨਾਂ ਦੇ ਨਾਲ ਵਕਤ ਗੁਜ਼ਾਰਾਂ। ਮੈਨੂੰ ਆਪਣੇ ਕੋਲ ਦੇਖ ਕੇ ਉਹ ਵੀ ਮੈਨੂੰ ਪਿਆਰ ਕਰਨ ਲੱਗੇ। ਇਹ ਸੋਚਦੇ ਜਿਵੇਂ ਹੀ ਰਾਤ ਹੋਈ ਤੇ ਘਰ ਹਨੇਰੇ ਵਿੱਚ ਡੁੱਬਣ ਲੱਗਾ ਤਾਂ ਮੈਂ ਬਹਾਨੇ ਨਾਲ ਮਾਲਕ ਦੇ ਕੱਪੜੇ ਕੱਢ ਕੇ ਪਾ ਲਏ। ਘਰ ਵਿੱਚ ਬਿਲਕੁਲ ਹਨੇਰਾ ਸੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੈਂ ਹੌਲੀ-ਹੌਲੀ ਕਦਮਾਂ ਨਾਲ ਮਾਲਕਨ ਦੇ ਕਮਰੇ ਵਿੱਚ ਚਲਾ ਗਿਆ ਸੀ। ਮੈਂ ਮਾਲਕਨ ਦੇ ਕਮਰੇ ਵਿੱਚ ਜਿਵੇਂ ਹੀ ਗਿਆ ਤਾਂ ਉਹ ਬੈੱਡ ਤੇ ਸੌਂ ਰਹੀ ਸੀ। ਕਮਰੇ ਵਿੱਚ ਧੀਮੀ ਜੀ ਰੋਸ਼ਨੀ ਸੀ। ਮੈਂ ਜਾ ਕੇ ਮਾਲਕਨ ਦੇ ਨਾਲ ਲੰਮਾ ਪੈ ਗਿਆ। ਪਤਾ ਨਹੀਂ ਮੈਂ ਕੀ ਚਾਹੁੰਦਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਮੈਂ ਅਜੇ ਲੰਮਾ ਪਿਆ ਹੀ ਸੀ ਕਿ ਕਮਰੇ ਦੀ ਲਾਈਟ ਆਨ ਹੋ ਗਈ। ਜਦੋਂ ਦੇਖਿਆ ਤਾਂ ਸਾਹਮਣੇ ਉਹੀ ਕੁੜੀ ਖੜੀ ਸੀ। ਫਿਰ ਮੈਂ ਬੈੱਡ ਵੱਲ ਦੇਖਿਆ ਤਾਂ ਉੱਥੇ ਵੀ ਕੋਈ ਲੇਟਿਆ ਹੋਇਆ ਸੀ। ਮੈਂ ਇਹ ਦੇਖ ਕੇ ਘਬਰਾ ਗਿਆ। ਫਿਰ ਉਸ ਕੁੜੀ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਬੈੱਡ ਤੇ ਲੇਟੀ ਹੋਈ ਜ਼ਿਆਦਾ ਉਮਰ ਦੀ ਔਰਤ ਉੱਠ ਕੇ ਬੈਠ ਗਈ ਤੇ ਕਹਿਣ ਲੱਗੀ, ਕੀ ਹੋਇਆ? ਇਹ ਮੁੰਡਾ ਕੌਣ ਹੈ ਤੇ ਇੱਥੇ ਕੀ ਕਰ ਰਿਹਾ ਹੈ? ਇਹਨਾਂ ਸੁਣ ਕੇ ਉਹ ਕੁੜੀ ਮੇਰੇ ਤੇ ਚੀਕਣ ਲੱਗੀ, ਕਹਿਣ ਲੱਗੀ, ਇਹ ਨਵਾਂ ਨੌਕਰ ਹੈ। ਮੈਂ ਕਦੋਂ ਤੋਂ ਇਸ ਦੀਆਂ ਹਰਕਤਾਂ ਦੇਖ ਰਹੀ ਹਾਂ। ਪਤਾ ਨਹੀਂ ਇਹ ਕੀ ਕਰਨਾ ਚਾਹੁੰਦਾ ਹੈ, ਕਿਸ ਮਕਸਦ ਨਾਲ ਇਸ ਘਰ ਵਿੱਚ ਆਇਆ ਹੈ। ਇਸ ਦੀ ਹਿੰਮਤ ਦੇਖੋ, ਇਹ ਸਾਡੇ ਕਮਰੇ ਤੱਕ ਆ ਗਿਆ ਹੈ। ਇਸ ਤੋਂ ਪਹਿਲਾਂ ਮੇਰੇ ਤੇ ਕੋਈ ਗਲਤ ਇਲਜ਼ਾਮ ਲੱਗਦਾ। ਮੈਂ ਤੁਰੰਤ ਬੋਲ ਪਿਆ ਤੇ ਕਿਹਾ, ਮੇਰੇ ਬਾਰੇ ਕੁਝ ਗਲਤ ਨਾ ਸੋਚੋ। ਪਹਿਲਾਂ ਮੈਨੂੰ ਦੱਸੋ ਤੁਸੀਂ ਕੌਣ ਹੋ? ਮੇਰੀ ਗੱਲ ਸੁਣ ਕੇ ਉਹ ਔਰਤ ਕਹਿਣ ਲੱਗੀ, ਮੈਂ ਤੇਰੇ ਮਾਲਕ ਦੀ ਪਤਨੀ ਹਾਂ ਤੇ ਇਹ ਮੇਰੀ ਛੋਟੀ ਭੈਣ ਹੈ। ਇੱਥੇ ਮੇਰੀ ਦੇਖਭਾਲ ਦੇ ਲਈ ਆਈ ਹੈ। ਇਹ ਸੁਣ ਕੇ ਮੈਨੂੰ ਤਸੱਲੀ ਹੋਈ ਕਿ ਸ਼ੁਕਰ ਹੈ ਇਹ ਮਾਲਕ ਦੀ ਪਤਨੀ ਨਹੀਂ ਹੈ, ਨਹੀਂ ਤਾਂ ਪਤਾ ਨਹੀਂ ਮੇਰਾ ਕੀ ਹੁੰਦਾ। ਫਿਰ ਮਾਲਕ ਦੀ ਪਤਨੀ ਉੱਠ ਕੇ ਮੈਨੂੰ ਬੁਰਾ ਭਲਾ ਕਹਿਣ ਲੱਗੀ ਤੇ ਧੱਕੇ ਮਾਰ ਕੇ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਤੁਰੰਤ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਮਾਫੀ ਮੰਗਣ ਲੱਗਾ। ਮੈਨੂੰ ਮਾਫ ਕਰ ਦਿਓ। ਮੈਂ ਤੁਹਾਡੀ ਛੋਟੀ ਭੈਣ ਨਾਲ ਪਿਆਰ ਕਰ ਬੈਠਾ ਹਾਂ
ਤੇ ਮੈਂ ਉਹਨਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਆਇਆ ਸੀ। ਪਰ ਅਚਾਨਕ ਮੇਰਾ ਪੈਰ ਤਿਲਕ ਗਿਆ ਤੇ ਮੈਂ ਬੈੱਡ ਤੇ ਡਿੱਗ ਪਿਆ। ਮੇਰਾ ਅੰਦਾਜ਼ ਅਜਿਹਾ ਸੀ ਕਿ ਮਾਲਕਣ ਨੂੰ ਮੇਰੇ ਤੇ ਵਿਸ਼ਵਾਸ ਕਰਨਾ ਪਿਆ, ਪਰ ਫਿਰ ਵੀ ਉਹ ਗੁੱਸੇ ਨਾਲ ਕਹਿਣ ਲੱਗੀ, ਜਾਓ, ਜਦੋਂ ਮਾਲਕ ਘਰ ਆਵੇਗਾ ਫਿਰ ਫੈਸਲਾ ਕਰਾਂਗੇ। ਉਦੋਂ ਤੱਕ ਤੂੰ ਕੁਆਟਰ ਵਿੱਚ ਰਹੇਗਾ। ਮੈਂ ਕੁਆਟਰ ਵਿੱਚ ਚਲਾ ਗਿਆ ਤੇ ਦੁਆਵਾਂ ਕਰਨ ਲੱਗਾ ਕਿ ਫੈਸਲਾ ਮੇਰੇ ਹੱਕ ਵਿੱਚ ਹੀ ਹੋਵੇ। ਅਗਲੇ ਦਿਨ ਉੱਠਿਆ ਤਾਂ ਮਾਲਕਣ ਦੀ ਛੋਟੀ ਭੈਣ ਛੱਤ ਤੇ ਖੜੀ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ। ਮੈਂ ਮਨ ਹੀ ਮਨ ਸੋਚਿਆ ਕਿ ਸ਼ਾਇਦ ਉਹ ਵੀ ਮੈਨੂੰ ਪਿਆਰ ਕਰਦੀ ਹੈ। 2 ਦਿਨ ਬਾਅਦ ਮਾਲਕ ਆਏ ਤਾਂ ਮਾਲਕਣ ਨੇ ਉਹਨਾਂ ਨਾਲ ਗੱਲ ਕੀਤੀ। ਪਹਿਲਾਂ ਤਾਂ ਉਹ ਥੋੜਾ ਗੁੱਸੇ ਹੋਏ ਕਿ ਉਹ ਨੌਕਰ ਹੈ ਤੇ ਅਸੀਂ ਮਾਲਕ ਹਾਂ, ਪਰ ਫਿਰ ਮਾਲਕਣ ਨੇ ਸਮਝਾਇਆ ਤਾਂ ਉਹ ਮੰਨ ਗਏ। ਮਾਲਕਣ ਨੇ ਆਪਣੀ ਛੋਟੀ ਭੈਣ ਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਤੇ ਮੈਨੂੰ ਇੱਕ ਫੈਕਟਰੀ ਵਿੱਚ ਵਧੀਆ ਨੌਕਰੀ ਲਗਵਾ ਦਿੱਤਾ, ਜਿੱਥੇ ਮੇਰਾ ਕੰਮ ਸਮਾਨ ਪੈਕਿੰਗ ਕਰਨ ਦਾ ਸੀ। ਹੁਣ ਮੇਰੇ ਦਿਨ ਬਦਲ ਗਏ ਸੀ। ਮੈਂ ਚੋਰੀ ਕਰਨੀ ਛੱਡ ਦਿੱਤੀ ਸੀ ਤੇ ਮਾਲਕਣ ਦੀ ਛੋਟੀ ਭੈਣ ਨਾਲ ਵਿਆਹ ਕਰਕੇ ਖੁਸ਼ੀ-ਖੁਸ਼ੀ ਜ਼ਿੰਦਗੀ ਬਿਤਾਉਣ ਲੱਗਾ। ਦੋਸਤੋ, ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।